Hello friends, welcome to Pahadi Boy Classes. 15ਵੀਂ ਸਦੀ ਵਿੱਚ ਕਰਾਮਾਤਾਂ ਅਤੇ ਮੁਅਜਜ਼ੇ ਪ੍ਰਧਾਨ ਸਨ। ਗੁਰੂਆਂ ਪੀਰਾਂ ਤੇ ਅਵਤਾਰਾਂ ਦਾ ਵੱਡਾ ਗੁਣ ਕਰਾਮਾਤ ਹੀ ਸਮਝੀ ਜਾਂਦੀ ਸੀ। ਉਸ ਸਮੇਂ ਜੰਮਣ, ਮਰਨ, ਬਿਮਾਰੀ, ਅਰੋਗਤਾ, ਵਰਖਾ, ਔੜ, ਕਾਲ, ਸੁਕਾਲ, ਭੁਚਾਲ ਆਦਿ ਕਰਾਮਾਤਾਂ ਨਾਲ ਹੁੰਦੇ ਮੰਨੇ ਜਾਂਦੇ ਸਨ। ਜੇਕਰ ਕਿਸੇ ਦੇ ਘਰ ਪੁੱਤਰ ਜੰਮਿਆ ਤਾਂ ਉਹ ਕਿਸੇ ਗੁਰੂ, ਪੀਰ, ਅਵਤਾਰ, ਸੰਤ, ਮੜੀ ਕਬਰ ਜਾਂ ਮੱਠ, ਮੂਰਤੀ ਦੀ ਬਖਸ਼ਿਸ਼ ਸਮਝੀ ਜਾਂਦੀ ਸੀ। ਜੇਕਰ ਕਿਸੇ ਦੇ ਸੰਤਾਨ ਨਾ ਹੋਈ ਤਾਂ ਉਹ ਕਿਸੇ ਦਾ ਸਰਾਪ, ਬੇਅਦਬੀ ਜਾਂ ਰਾਖ ਦਾ ਫਲ ਸਮਝਿਆ ਜਾਂਦਾ ਸੀ। ਉਸ ਸਮੇਂ ਇੱਕ ਮਨੁੱਖ ਜੋ ਰੱਬ ਦਾ ਭੇਜਿਆ ਜਾਂ ਰੱਬ ਤੱਕ ਪਹੁੰਚ ਰੱਖਣ ਵਾਲਾ ਮਸ਼ਹੂਰ ਹੋ ਕੇ ਕਰਾਮਤੀ ਬਣ ਗਿਆ, ਫਿਰ ਉਸ ਲਈ ਤੇ ਉਸ ਦੀ ਸੰਤਾਨ ਲਈ ਲਹਿਰਾਂ, ਬਹਿਰਾਂ ਲੱਗ ਜਾਂਦੀਆਂ ਸਨ। ਅਜਿਹੇ ਵਿਅਕਤੀ ਦੇ ਬਚਨਾਂ, ਨਜ਼ਰ, ਛੋਹ, ਬੈਠਣ ਦੀ ਥਾਂ, ਰੁੱਖਾਂ ਤੇ ਤਲਾਵਾਂ ਵਿੱਚ ਵੀ ਸ਼ਕਤੀ ਭਰ ਗਈ ਸਮਝੀ ਜਾਂਦੀ ਸੀ। ਇੱਥੇ ਹੀ ਬਸ ਨਹੀਂ, ਸਗੋਂ ਉਸ ਦੀ ਸੰਤਾਨ ਤੇ ਚੇਲੇ-ਚੇਲੀਆਂ, ਕੱਪੜਿਆਂ, ਜੁੱਤੀਆਂ, ਜੂਟ, ਘੋੜਿਆਂ ਤੇ ਕੁੱਤਿਆਂ ਵਿੱਚ ਵੀ ਕਰਾਮਾਤਾਂ ਮੰਨੀਆਂ ਜਾਂਦੀਆਂ ਸਨ। ਉਸ ਸਮੇਂ ਪੈਦਾਵਾਰੀ ਤੇ ਆਮਦਨੀ ਦਾ ਵੱਡਾ ਕਾਰਖਾਨਾ ਰੱਬ ਦਾ ਭੇਜਿਆ ਹੋਇਆ ਜਾਂ ਪਹੁੰਚ ਵਾਲਾ ਬੰਦਾ ਬਣ ਜਾਣਾ ਹੀ ਹੁੰਦਾ ਸੀ। ਹਿੰਦੁਸਤਾਨ ਵਿੱਚ ਅੱਜ ਵੀ ਸੈਂਕੜੇ ਨਹੀਂ, ਸਗੋਂ ਹਜ਼ਾਰਾਂ ਟਿਕਾਣ ਮਿਲ ਜਾਣਗੇ, ਜਿੱਥੇ ਅਜੇ ਤੱਕ ਆਮਦਨ ਦੇ ਇਹ ਕਾਰਖਾਨੇ ਚੱਲ ਰਹੇ ਹਨ। ਗੁਰੂ ਨਾਨਕ ਦੇਵ ਜੀ ਜਦੋਂ ਸਿੱਧਾਂ ਕੋਲ ਪਹੁੰਚੇ ਤਾਂ ਉਹਨਾਂ ਗੁਰੂ ਜੀ ਨੂੰ ਆਪਣਾ ਨਵਾਂ ਸ਼ਰੀਕ ਸਮਝਿਆ। ਉਹਨਾਂ ਨੂੰ ਪਹਿਲੀ ਗੱਲ ਹੀ ਇਹ ਕਹੀ ਕਿ ਸੁਣਿਆ ਹੈ ਕਿ ਉਹ ਬਹੁਤ ਸ਼ਕਤੀ ਵਾਲੇ ਤੇ ਕਰਾਮਤੀ ਹਨ, ਇਸ ਕਰਕੇ ਉਹ ਉਹਨਾਂ ਨੂੰ ਵੀ ਕੋਈ ਕਰਾਮਾਤ ਦਿਖਾਉਣ। ਆਪਣੀਆਂ ਕਰਾਮਾਤਾਂ ਦਿਖਾਉਂਦਿਆਂ ਸਿੱਧਾਂ ਵਿੱਚੋਂ ਕੋਈ ਛੁਪਣ ਲੱਗਾ ਤੇ ਕੋਈ ਪ੍ਰਗਟ ਹੋਣ ਲੱਗਾ, ਕੋਈ ਦਿਲ ਦੀਆਂ ਗੱਲਾਂ ਦੱਸਣ ਲੱਗਾ ਤੇ ਕੋਈ ਆਕਾਸ਼ ਵਿੱਚ ਉੱਡਣ ਲੱਗਾ। ਇਹ ਦੇਖ ਕੇ ਗੁਰੂ ਜੀ ਨੇ ਕਿਹਾ ਕਿ ਇਹ ਕਰਾਮਾਤਾਂ ਨਿਰਾਰਥਕ ਹਨ। ਉਹਨਾਂ ਕੋਲ ਤਾਂ ਇਨਕਲਾਬੀ ਕਰਾਮਾਤਾਂ ਹਨ, ਜੋ ਆਮ ਲੋਕਾਂ ਨੂੰ ਭਰਮਾਂ, ਭੁਲੇਖਿਆਂ ਵਿੱਚੋਂ ਕੱਢ ਕੇ ਉਹਨਾਂ ਦੇ ਕਸ਼ਟ ਦੂਰ ਕਰਦੀਆਂ ਹਨ। ਉਹਨਾਂ ਦੱਸਿਆ ਕਿ ਉਹਨਾਂ ਦੀਆਂ ਕਰਾਮਾਤਾਂ ਦੋ ਹਨ, ਬਾਣੀ ਤੇ ਸੰਗਤ। ਇਹ ਸੁਣ ਕੇ ਸਿੱਧ ਘਬਰਾ ਗਏ, ਕਿਉਂਕਿ ਉਹਨਾਂ ਦੀਆਂ ਗੱਦੀਆਂ ਤੇ ਮਾਨਤਾ ਦਾ ਸਾਰਾ ਆਧਾਰ ਹੀ ਜਨਤਾ ਦੀ ਅਗਿਆਨਤਾ, ਬੇਸਮਝੀ, ਗੁੰਮਰਾਹੀ ਅਤੇ ਗੁਰੂ, ਚੇਲੇ ਦੀ ਗੱਦੀਦਾਰੀ ਉੱਤੇ ਆਧਾਰਿਤ ਸੀ। ਪਰੰਤੂ ਗੁਰੂ ਜੀ ਦੀ ਬਾਣੀ ਗਿਆਨ ਦਾ ਚਾਨਣ ਦੇ ਕੇ ਲੋਕਾਂ ਨੂੰ ਸੁਚੇਤ ਕਰਨ ਵਾਲੀ ਕਰਾਮਾਤ ਸੀ ਤੇ ਸੰਗਤ ਗੱਦੀਦਾਰੀ ਨੂੰ ਖਤਮ ਕਰਕੇ ਸਮਾਨਤਾ ਦੇਣ ਵਾਲਾ ਸਿਧਾਂਤ ਸੀ। ਲੇਖਕ ਬਾਣੀ ਦੀ ਕਰਾਮਾਤ ਨੂੰ ਸਪਸ਼ਟ ਕਰਨ ਲਈ ਦੱਸਦਾ ਹੈ ਕਿ ਜਦੋਂ ਦੀ ਗੱਦੀਦਾਰੀ ਦੀ ਪ੍ਰਥਾ ਚੱਲੀ ਹੈ, ਤਦ ਤੋਂ ਆਮ ਜਨਤਾ ਨੂੰ ਅਗਿਆਨਤਾ ਵਿੱਚ ਤੇ ਗੁੰਮਰਾਹੀ ਵਿੱਚ ਪਾਈ ਰੱਖਣ ਦੇ ਉਪਾਅ ਹੁੰਦੇ ਆਏ ਹਨ। ਅਸਲ ਵਿੱਚ ਗੱਦੀਦਾਰੀ ਦੀ ਕਾਇਮੀ ਜਨਤਾ ਦੀ ਕਿਰਤ ਦੀ ਲੁੱਟ ਖਸੁੱਟ ਕਰਨ ਲਈ ਹੁੰਦੀ ਹੈ ਤੇ ਇਹ ਤਾਂ ਹੀ ਜਾਰੀ ਰਹਿ ਸਕਦੀ ਹੈ, ਜੇਕਰ ਜਨਤਾ ਅਗਿਆਨ, ਵਹਿਮਾਂ, ਭਰਮਾਂ ਮਾਰੀ ਅਤੇ ਗੁੰਮਰਾਹੀ ਵਿੱਚ ਪਈ ਰਹੇ ਤੇ ਗੱਦੀਦਾਰੀ ਉੱਪਰ ਉਸ ਦੀ ਇੰਨੀ ਸ਼ਰਧਾ, ਭਗਤੀ ਬਣੀ ਰਹੇ ਕਿ ਉਹ ਆਪਣੀ ਕਿਰਤ ਕਮਾਈ ਖੁਸ਼ੀ-ਖੁਸ਼ੀ ਉਸ ਨੂੰ ਭੇਟਾ ਕਰਦੀ ਰਹੇ ਅਤੇ ਕੁਦਰਤੀ ਤੇ ਹੁਨਰੀ ਬਹੁਮੁੱਲੀਆਂ ਵਸਤਾਂ ਦੀ ਸਹੀ ਕੇਂਦਰ ਕੀਮਤ ਉਸ ਨੂੰ ਪਤਾ ਨਾ ਲੱਗੇ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਇਹ ਰਿਵਾਜ ਸੀ ਕਿ ਪਰਮਾਤਮਾ ਦਾ ਗਿਆਨ ਦੇਣ ਵਾਲੀ ਜਾਂ ਸਿਫਤ ਸਲਾਹ ਕਰਨ ਵਾਲੀ ਬਾਣੀ ਨੂੰ ਬਿਨਾਂ ਸਮਝੇ ਪੜ੍ਹਨਾ ਅਤੇ ਬਹੁਤੀ ਵਾਰ ਇਸ ਤਰ੍ਹਾਂ ਕਰਨ ਵਿੱਚ ਬੜਾ ਮਹਾਤਮ ਸਮਝਦਾ। ਦੀਦਾਰੀ ਆਮ ਕਰਕੇ ਪਹਿਲਾਂ ਕੋਈ ਧਾਰਮਿਕ ਰਸਮ ਕਾਇਮ ਕਰਕੇ ਉਸ ਦਾ ਪ੍ਰਚਾਰ ਕਰਦੀ ਹੈ ਤੇ ਫਿਰ ਉਸਨੇ ਮੁੱਲ ਨਾਲ ਕਰਨ ਦਾ ਤਰੀਕਾ ਪ੍ਰਚਲਿਤ ਕਰਦੀ ਹੈ, ਜਿਸ ਕਰਕੇ ਧੁਨੀ ਲੋਕ ਧਨ ਨਾਲ ਹੋਣ ਵਾਲੀਆਂ ਪੂਜਾ ਪਾਠ ਤੇ ਯੱਗ ਆਦਿ ਦੀਆਂ ਰਸਮਾਂ ਖਰੀਦ ਲੈਂਦੇ ਹਨ। ਕਈ ਗ੍ਰੰਥ ਦੀ ਕਥਾ ਸੁਣਨ ਅਤੇ ਨਿਤ ਪਾਠ ਕਰਨ ਦੇ ਬੜੇ ਮਹਾਤਮ ਦੱਸੇ ਗਏ ਹਨ। ਸੰਸਕ੍ਰਿਤ ਨੂੰ ਵਿਰਲੇ ਪੰਡਿਤਾਂ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਸਮਝਦਾ। ਆਮ ਜਨਤਾ ਭਾਵੇਂ ਸਮਝੇ ਨਾ, ਪਰ ਉਸ ਦਾ ਪਾਠ ਕਰ ਲਵੇ, ਸੁਣ ਲਵੇ ਜਾਂ ਮੁੱਲ ਦੇ ਕੇ ਲਵੇ ਤਾਂ ਬੜਾ ਮਹਾਤਮ ਸਮਝਿਆ ਜਾਂਦਾ ਹੈ। ਕਰਵਾ ਇਸ ਮਹਾਤਮ ਨੂੰ ਬਹੁਤਾ ਧਨੀ ਲੋਕ ਹੀ ਖਰੀਦ ਸਕਦੇ ਹਨ ਤੇ ਇਸ ਤਰ੍ਹਾਂ ਗਰੀਬ ਕਿਰਤੀ ਜਨਤਾ ਦੀ ਕੀਤੀ ਅਨਿਆਈ ਲੁੱਟ ਅਤੇ ਆਪਣੇ ਪਾਪਾਂ ਉੱਤੇ ਮਹਾਤਮ ਦਾ ਪਰਦਾ ਪਾ ਕੇ ਮੌਜਾਂ ਮਾਣਦੇ ਹਨ। ਗੁਰੂ ਨਾਨਕ ਦੇਵ ਜੀ ਦੀ ਪਹਿਲੀ ਕਰਾਮਾਤ ਇਹੋ ਸੀ ਕਿ ਉਹਨਾਂ ਸਦੀਆਂ ਤੋਂ ਚਲੇ ਆ ਰਹੇ ਗਲਤ ਰਿਵਾਜ ਦੀ ਜੜ ਕੱਟਾ ਦਿੱਤੀ। ਆਪ ਨੇ ਬਾਣੀ ਦਾ ਆਸ਼ਾ, ਕਦਰ, ਕੀਮਤ ਤੇ ਵਰਤੋਂ ਨੂੰ ਸਪਸ਼ਟ ਕਰਦਿਆਂ ਦੱਸਿਆ ਕਿ ਬਾਣੀ ਅਗਿਆਨਤਾ ਦਾ ਹਨੇਰਾ ਦੂਰ ਕਰਦੀ ਹੈ। ਬਾਣੀ ਦੇ ਇਸ ਉਦੇਸ਼ ਦੀ ਪ੍ਰਾਪਤੀ ਲਈ ਇਸ ਨੂੰ ਸਮਝ ਕੇ ਪੜ੍ਹਨ ਦੇ ਨਾਲ ਇਸ ਮੁਤਾਬਿਕ ਅਮਲ ਕਰਨ ਦੀ ਵੀ ਜ਼ਰੂਰਤ ਹੈ ਤੇ ਅਜਿਹਾ ਕਿਸੇ ਵੀ ਜਾਤ ਦਾ ਤੇ ਕਿਤੇ ਵੀ ਵਸਦਾ ਮਨੁੱਖ ਕਰ ਸਕਦਾ ਹੈ। ਇਸੇ ਕਰਕੇ ਗੁਰੂ ਜੀ ਨੇ ਸਭ ਤੋਂ ਪਹਿਲਾਂ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਸੌਖੀ ਭਾਸ਼ਾ ਵਿੱਚ ਇਸ ਦਾ ਉਚਾਰਨ ਕੀਤਾ।
ਇਸੇ ਕਰਕੇ ਸ਼ੁਰੂ ਵਿੱਚ ਪੰਡਿਤਾਂ ਨੇ ਇਸ ਦਾ ਵਿਰੋਧ ਕੀਤਾ ਕਿਉਂਕਿ ਇਹ ਸੰਸਕ੍ਰਿਤ ਵਿੱਚ ਨਹੀਂ ਸੀ ਤੇ ਇਸ ਵਿੱਚ ਸਾਫ਼ ਗੱਲਾਂ ਹਨ। ਝੂਠ ਨਾ ਬੋਲੋ, ਚੋਰੀ ਨਾ ਕਰੋ, ਦੁਖੀਆਂ ਤੇ ਲੋੜਵੰਦਾਂ ਦੀ ਸਹਾਇਤਾ ਕਰੋ ਅਤੇ ਬੇਗਾਨਾ ਹੱਕ ਨਾ ਮਾਰੋ ਆਦਿ। ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਪ੍ਰਮਾਣ ਹਨ ਜਿਨ੍ਹਾਂ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਬਾਣੀ ਪੜ੍ਹਨ ਮਾਤਰ ਨਾਲ ਜਾਂ ਬਹੁਤੀ ਵਾਰੀ ਪੜ੍ਹਨ ਨਾਲ ਜਾਂ ਮੁੱਲ ਦੇ ਕੇ ਪੜ੍ਹਾਉਣ ਦਾ ਕੋਈ ਫਾਇਦਾ ਜਾਂ ਮਹਾਤਮ ਨਹੀਂ। ਅਸਲ ਵਿੱਚ ਮਹਾਤਮ ਥਿਊਰੀ ਗੁਰੂ ਜੀ ਨੇ ਮੰਨੀ ਹੀ ਨਹੀਂ। ਇਹ ਗੱਲਾਂ ਤਾਂ ਧਰਮ ਦਾ ਵਪਾਰ ਕਰਨ ਵਾਲੇ ਪੰਡਿਤਾਂ ਤੇ ਮੁਲਾਣਿਆਂ ਨੇ ਸੰਤਾਂ, ਮਹੰਤਾਂ, ਰਾਜਿਆਂ, ਮਹਾਰਾਜਿਆਂ ਤੇ ਦੁਨੀਆਂ ਦੀਆਂ ਗੱਦੀਆਂ ਨੂੰ ਕਾਇਮ ਰੱਖਣ ਲਈ ਘੜੀਆਂ ਹਨ। ਲੇਖਕ ਦਾ ਵਿਚਾਰ ਹੈ ਕਿ ਬਾਣੀ ਦੇ ਆਸੇ, ਕਦਰ, ਕੀਮਤ ਤੇ ਵਰਤੋਂ ਨੂੰ ਸਪਸ਼ਟ ਕਰਕੇ ਗੁਰੂ ਸਾਹਿਬ ਨੇ ਗਰੀਬ ਜਨਤਾ ਉੱਤੇ ਭਾਰੀ ਉਪਕਾਰ ਕੀਤਾ। ਇਹੋ ਹੀ ਉਹਨਾਂ ਦੀ ਅਦੁੱਤੀ ਕਰਾਮਾਤ ਹੈ। ਪਰੰਤੂ ਇਸ ਵੇਲੇ ਹੋ ਕੀ ਰਿਹਾ ਹੈ? ਗੱਦੀਦਾਰ ਸੰਤਾਂ, ਮਹੰਤਾਂ, ਡੇਰੇਦਾਰਾਂ, ਫਿਰਕੂ ਆਗੂਆਂ ਤੇ ਵਪਾਰੀ ਪ੍ਰਚਾਰਕਾਂ ਦੀ ਕਿਰਪਾ ਨਾਲ ਆਮ ਕਰਕੇ ਬਾਣੀ ਨੂੰ ਗੁਰੂ ਸਾਹਿਬ ਦੇ ਆਸੇ ਦੇ ਉਲਟ ਮੰਤਰ ਤੇ ਮਹਾਤਮ ਥਿਊਰੀ ਅਨੁਸਾਰ ਵਰਤਿਆ ਜਾ ਰਿਹਾ ਹੈ ਅਤੇ ਸਮਝ ਕੇ ਗਿਆਨ ਪ੍ਰਾਪਤ ਕਰਨ ਤੇ ਉਸ ਉੱਤੇ ਅਮਲ ਕਰਨ ਦੀ ਥਾਂ ਬਹੁਤੇ ਪਾਠ ਕਰਨ ਤੇ ਮੁੱਲ ਦੇ ਪਾਠ ਕਰਾਉਣ ਉੱਤੇ ਜ਼ੋਰ ਲੱਗ ਰਿਹਾ ਹੈ। ਲੇਖਕ ਕਹਿੰਦਾ ਹੈ ਕਿ ਸੰਗਤ ਦਾ ਸਿਧਾਂਤ ਗੁਰੂ ਨਾਨਕ ਦੇਵ ਜੀ ਦੀ ਦੂਜੀ ਕਰਾਮਾਤ ਹੈ। ਉਸ ਸਮੇਂ ਇਹ ਸਿਧਾਂਤ ਗੱਦੀਦਾਰੀ ਲਈ ਬੰਬ ਦਾ ਗੋਲਾ ਸੀ। ਉਸ ਸਮੇਂ ਬ੍ਰਾਹਮਣ ਦੇਵਤੇ ਤੇ ਰਾਜਵੰਸ਼ੀ ਛਤਰੀ ਸ਼ੂਦਰਾਂ ਨਾਲ ਇੱਕ ਸੰਗਤ ਤੇ ਪੰਗਤ ਵਿੱਚ ਸ਼ਾਮਿਲ ਹੋ ਕੇ ਇਕਸ ਪਿਤਾ ਇਕਸ ਕੇ ਹਮ ਬਾਰਿਕ ਬਣਨ ਲਈ ਤਿਆਰ ਨਹੀਂ ਸਨ। ਪਰੰਤੂ ਗੁਰੂ ਨਾਨਕ ਸਾਹਿਬ ਨੇ ਇਹ ਐਲਾਨ ਕੀਤਾ, ਨੀਚਾ ਅੰਦਰੀ ਨੀਚ ਜਾਤੇ ਨੀਚੀ ਹੋ ਅਤੇ ਨੀਚੂ ਨਾਨਕ ਤਿਨ ਕੈ ਸੰਗੀ ਸਾਥੇ ਵਡਿਆਸਿਓ ਕਿਆ ਰੀਸ। ਇਸ ਤਰ੍ਹਾਂ ਗੁਰੂ ਜੀ ਦੁਆਰਾ ਜਾਤ ਪਾਤ, ਊਚ ਨੀਚ ਤੇ ਛੂਤ ਛਾਤ ਨੂੰ ਧੂਏ ਵਾਂਗ ਉਡਾ ਕੇ ਸਾਰੇ ਪ੍ਰਾਣੀਆਂ ਦੀ ਸਾਂਝੀ ਸੰਗਤ ਕਾਇਮ ਕਰਕੇ ਉਸ ਨੂੰ ਗੁਰੂ ਵੀ ਵਿਸਵੇ ਤੇ ਸੰਗਤ ਇੱਕੀ ਵਿਸਵੇ ਦਾ ਸਭ ਤੋਂ ਉੱਚਾ ਦਰਜਾ ਦੇਣਾ ਬਹੁਤ ਹੀ ਸ਼ਕਤੀਸ਼ਾਲੀ ਕਰਾਮਾਤ ਸੀ। ਲੇਖਕ ਦਾ ਵਿਚਾਰ ਹੈ ਕਿ ਅਸਲ ਵਿੱਚ ਸੰਗਤ ਦੇ ਅਰਥਾਂ ਨੂੰ ਪੂਰੀ ਤਰ੍ਹਾਂ ਸਮਝਿਆ ਹੀ ਨਹੀਂ ਜਾਂਦਾ ਤੇ ਕਈ ਵਾਰੀ ਗਲਤ ਵੀ ਸਮਝਿਆ ਜਾਂਦਾ ਹੈ। ਕਿਸੇ ਮਹਾਨ ਸ਼ਬਦ ਨੂੰ ਰਸਮੀ ਤੌਰ ਤੇ ਵਰਤ ਕੇ ਫਾਇਦਾ ਉਠਾਉਣਾ ਹੀ ਗੱਦੀਦਾਰੀ ਦਾ ਹੁਨਰ ਹੈ। ਇਹ ਸੰਗਤ ਦਾ ਫੈਸਲਾ ਹੈ, ਇਹ ਸੰਗਤ ਦਾ ਹੁਕਮ ਹੈ। ਇਹ ਐਲਾਨ ਕਰਕੇ ਕਈ ਅਜਿਹੇ ਕੰਮ ਹੁੰਦੇ ਰਹਿੰਦੇ ਹਨ ਜਿਨ੍ਹਾਂ ਦਾ ਸੰਗਤ ਨਾਲ ਕੋਈ ਸੰਬੰਧ ਹੀ ਨਹੀਂ ਹੁੰਦਾ। ਕੇਵਲ ਇੱਕ ਆਦਮੀ ਜਾਂ ਇੱਕ ਪਾਰਟੀ ਦਾ ਹੁਕਮ ਹੁੰਦਾ ਹੈ। ਇਸ ਕਰਕੇ ਸੰਗਤ ਦੇ ਲੱਛਣ ਅਤੇ ਇਸ ਦੀ ਬਣਤਰ ਨੂੰ ਸਮਝਣਾ ਜ਼ਰੂਰੀ ਹੈ। ਗੁਰੂ ਸਾਹਿਬ ਦੀ ਬਾਣੀ, ਜੀਵਨ ਤੇ ਉਪਦੇਸ਼ਾਂ ਤੋਂ ਸੰਗਤ ਦੇ ਸਿਧਾਂਤ ਨੂੰ ਸਮਝਿਆ ਜਾ ਸਕਦਾ ਹੈ। ਸੰਗਤ ਦੇ ਅਰਥ ਹਨ ਪੂਰਨ ਸਮਾਨਤਾ ਵਾਲਾ ਸਮਾਜ ਜਿਸ ਵਿੱਚ ਸਾਰੇ ਇੱਕ ਪਿਤਾ ਇਕਸ ਕੇ ਹਮ ਬਾਰਿਕ ਸਮਝ ਕੇ ਬਰਾਬਰ ਮੰਨੇ ਜਾਣ, ਵਿਚਾਰਾਂ ਦੇ ਪ੍ਰਗਟਾਵੇ, ਰਾਏ ਦੇਣ ਤੇ ਮਤਭੇਦਾਂ ਦੀ ਖੁੱਲ੍ਹ ਹੋਵੇ ਅਤੇ ਫਤਵੇਬਾਜ਼ੀ ਉੱਕੀ ਬੰਦ ਹੋਵੇ। ਅਜਿਹੇ ਸਮਾਜ ਵਿੱਚੋਂ ਚੁਣੇ ਪ੍ਰਤੀਨਿਧ ਹੀ ਅਸਲ ਸੰਗਤ ਸਰੂਪ ਬਣ ਸਕਦੇ ਹਨ। ਗੁਰਦੁਆਰੇ ਵਿੱਚ ਕੁਝ ਆਦਮੀਆਂ ਨੂੰ ਇਕੱਠੇ ਕਰਕੇ ਜਾਂ ਹੋ ਕੇ ਤੇ ਸੰਗਤ ਨਾ ਧਾਰਨ ਕਰਕੇ ਹੁਕਮ ਜਾਰੀ ਕਰਨੇ ਜਾਂ ਫਤਵੇ ਦੇਣੇ ਗੁਰੂ ਆਸ਼ੇ ਤੋਂ ਉਲਟ ਹਨ। ਉਸ ਬਾਹਰਲੇ ਇਕੱਠ ਨੂੰ ਵੀ ਸੰਗਤ ਦਾ ਰੂਪ ਨਹੀਂ ਕਿਹਾ ਜਾ ਸਕਦਾ ਜਿਸ ਵਿੱਚ ਸੰਗਤ ਦੇ ਪੂਰੇ ਲੱਛਣ ਨਾ ਹੋਣ। ਇਸ ਤਰ੍ਹਾਂ ਆਪੇ ਜੁੜੀ ਤੇ ਆਪੇ ਬਣੀ ਸੰਗਤ ਇੱਕ ਥਾਂ ਕੁਝ ਫੈਸਲਾ ਕਰਦੀ ਹੈ ਤੇ ਦੂਜੇ ਥਾਂ ਕੁਝ ਹੋਰ। ਲੇਖਕ ਦਾ ਵਿਚਾਰ ਹੈ ਕਿ ਅਸਲ ਵਿੱਚ ਸੰਗਤ ਪੂਰਨ ਸਮਾਨਤਾ ਤੇ ਬਰਾਬਰੀ ਸਥਾਪਿਤ ਕਰਨ ਵਾਲਾ ਸਿਧਾਂਤ ਹੈ। 15ਵੀਂ ਸਦੀ ਵਿੱਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਇਸ ਦਾ ਪ੍ਰਚਾਰ ਕੀਤਾ ਤੇ ਇਹ ਸਾਰੇ ਹਿੰਦੁਸਤਾਨ ਵਿੱਚ ਫੈਲਿਆ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਅਮਲੀ ਰੂਪ ਦਿੱਤਾ। ਹੁਣ ਕਈ ਰੂਪਾਂ ਵਿੱਚ ਇਸ ਦਾ ਪ੍ਰਭਾਵ ਮਨੁੱਖੀ ਸਮਾਜ ਉੱਤੇ ਪੈ ਰਿਹਾ ਹੈ। ਲੇਖਕ ਦਾ ਵਿਚਾਰ ਹੈ ਕਿ ਗੁਰੂ ਸਾਹਿਬ ਦੀਆਂ ਇਹਨਾਂ ਦੋ ਕਰਾਮਾਤਾਂ, ਬਾਣੀ ਤੇ ਸੰਗਤ ਦੇ ਸਹੀ ਅਰਥ ਤੇ ਤੱਤ, ਪੂਰੀ ਕੀਮਤ ਤੇ ਵਰਤੋਂ ਸਮਝ ਕੇ ਅਮਲ ਕਰਨ ਨਾਲ ਮਨੁੱਖੀ ਸਮਾਜ ਵਿੱਚ ਭਾਰੀ ਇਨਕਲਾਬ ਆ ਜਾਵੇਗਾ ਅਤੇ ਗੱਦੀਦਾਰੀ ਦੇ ਪੈਦਾ ਕੀਤੇ ਹੋਏ ਮੌਜੂਦਾ ਜੰਗ ਖਤਮ ਹੋ ਕੇ ਸ਼ਾਂਤੀ ਵਰਤ ਜਾਏਗੀ।